ਅੱਜ ਧੂਰੀ ਦੇ ਵਿੱਚ ਵਣ ਮਹਾਉਤਸਵ ਤੇ मौके ते बहुत सारिया जनहित स्कीमां नूं लॉन्च करन दे मौके ते इकट्ठे होए। स्टेज ते शोभित मेरी सरकार दे कैबिनेट दे साथी वित्त मंत्री हरपाल चीमा जी, शहरी योजना ते विकास मंत्री अमन अरोड़ा जी, वातावरण अते खेड मंत्री मीत हेयर जी, MLA लहरा गागा वरिंदर गोयल जी, MLA संगरूर छोटी भैन नरेंद्र भराज, MLA भदौड़ लाभ सिंह उग्गोके, MLA महल कलां कुलवंत पंडोरी जी, MLA अमरगढ़ गज्जन माजरा साहब, MLA मलेरकोटला जमीलुर रहमान जी ते MLA धूरी मैं। बहुत बहुत तुहाडा धन्नवाद। तुसी सत्कारयोग बजुर्ग नौजवान वीर मामा भैणा छोटे बच्चे साडी पार्टी दे सीनियर अहुदेदार साहबान वलंटियर साहबान अपने मोटरसाइकिलों च आप तेल पवा के पंजाब दी तरक्की दी अग अपने दिल च लैके साडा हौसला वधाउण लई साडे नाल लड़े, साथों वध टाइम इस बदलाव वास्ते दिता। मैं तुहाडा सारा दा धन्नवादी हाँ। चलिया होया एक एक कदम साडे सिर मत्थे। सब तो पहला फतेह प्रवान करियो। वाहिगुरू जी का खालसा वाहिगुरू जी की फतेह। वीरो, जिस वेले चोण प्रचार कर रहे सी अरविंद केजरीवाल जी दे नाल पिंड पिंड शहर शहर कस्बा कस्बा जा रहे सी, रोड शो हो रहे सी, रैलियां कर रहे सी, नुक्कड़ सभावां वलंटियर कर रहे सी, तां असीं पंजाब दे लोकां नाल अखां च अखां मिला के एक वादा भी कर रहे सी कि एक बारी मौका दिओ, वो तो बाद तुहाडे कोल इन्नी वधिया सरकार दी कारगुजारी मिलूगी कि अगली बार कहण दी लोड़ नहीं पैनी। असी नीयत दे सच्चे हाँ, साडे ते यकीन करके देखो। और मैं इस गल लई 3.25 करोड़ पंजाबियों का धन्नवाद करदा कि उन्होंने यकीन किया है ते हुण इस यकीन ते आपां पूरे उतरना है। हुण अपनी जिम्मेवारी है। लोकां ने अपना फर्ज निभाता, हुण फर्ज निभाउण दी बारी अपनी है। क्योंकि इस तो पहला बड़े 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 वादे लारे लगते सी, उन्होंने वोटां पा दिंदे सी, 2-3 महीने देखते सी, तो बाद कहते सी चलो यार ये भी है जी ने धोखा हो गया, अगली बार देखांगे इन्हों। अगली बार होर आ जाते सी, वो भी यही करते सी। बड़े धोखे खादे ने।
ਇਸੇ ਕਰਕੇ ਹੁਣ ਲੋਕ ਕਾਲੇ ਪਏ ਹੋਏ ਨੇ ਕਿ ਛੇਤੀ ਛੇਤੀ ਕੰਮ ਬਣ ਜਾਣ, ਪੰਜਾਬ ਠੀਕ ਹੋ ਜਾਊਗਾ। ਮੈਂ ਉਹਨਾਂ ਦਾ ਕਾਲੇ ਪੈਣ ਦਾ ਕਾਰਨ ਜਾਣ ਸਕਦਾ, ਮੈਨੂੰ ਪਤਾ ਹੈ, ਕਿਉਂਕਿ ਸਿਆਣੇ ਕਹਿੰਦੇ ਆ ਦੁੱਧ ਦਾ ਫੁੱਕਿਆ ਲੱਸੀ ਨੂੰ ਵੀ ਫੂਕਾ ਮਾਰ ਮਾਰ ਕੇ ਪੀਂਦਾ। ਪਹਿਲਾਂ ਧੋਖੇ ਬਹੁਤ ਹੋ ਗਏ, ਇਸ ਕਰਕੇ ਹੁਣ ਉਹਨਾਂ ਨੂੰ ਇਹ ਹੈ ਕਿ ਛੇਤੀ ਛੇਤੀ ਇਹ ਸਾਡੀ ਜਿਹੜੀ ਸਰਕਾਰ ਹੈ ਉਹ ਠੀਕ ਕਰੇ, ਔਰ ਅਸੀਂ ਲੱਗੇ ਵੀ ਹੋਏ ਹਾਂ, ਠੀਕ ਹੋਣ ਲੱਗ ਗਿਆ ਹੁਣ ਹੌਲੀ ਹੌਲੀ। ਅੱਜ ਬੂਟੇ ਵੰਡੇ ਜਾ ਰਹੇ ਨੇ, ਆ ਪਏ ਨੇ ਬੂਟੇ ਸਟੇਜ ਤੇ। ਇਹ ਅੱਜ ਤੋਂ 2 ਮਹੀਨਿਆਂ ਬਾਅਦ ਤੁਸੀਂ ਇਹਨਾਂ ਬੂਟਿਆਂ ਤੋਂ ਛਾਂ ਨਹੀਂ ਲੱਭ ਸਕਦੇ। ਅੱਜ ਤੋਂ 2-3 ਮਹੀਨਿਆਂ ਬਾਅਦ ਕੋਈ ਫਲ ਵੀ ਨਹੀਂ ਲੱਗਣਾ। ਬੂਟਾ ਪਹਿਲਾਂ ਜੜਾਂ ਜਮਾਊਗਾ, ਫਿਰ ਉਹ ਵੱਡਾ ਹੋਊਗਾ, ਫਿਰ ਉਹ ਛਾਂ ਦੇਣ ਲੱਗੂਗਾ, ਫਿਰ ਫਲ ਫੁੱਲ ਦੇਣ ਲੱਗੂਗਾ। ਜਿਹੜਾ ਇਮਾਨਦਾਰੀ ਵਾਲਾ ਬੂਟਾ ਪੰਜਾਬ ਦੇ ਵਿੱਚ, ਆਮ ਆਦਮੀ ਪਾਰਟੀ ਵਾਲਾ ਬੂਟਾ ਜਿਹੜਾ ਤੁਸੀਂ ਲਾਇਆ, ਇਸ ਗੱਲ ਦਾ ਯਕੀਨ ਦਿਵਾਉਂਦਾ ਉਹ ਬੂਟਾ ਕਿ ਛਾਂ, ਫਲ ਤੇ ਫੁੱਲ ਲੱਗਣਗੇ ਪਹਿਲਾਂ ਵਾਲਿਆਂ ਵਾਂਗੂ। ਅਸੀਂ ਦੇਖੋ, ਫਲ ਨੀਵਿਆਂ ਰੁੱਖਾਂ ਨੂੰ ਲੱਗਦੇ, ਸਿੰਬਲਾ ਤੂੰ ਮਾਣ ਨਾ ਕਰੀ। ਸੋ ਫਲ ਲੱਗਣਗੇ, ਮਿਹਨਤ ਦਾ ਟਾਈਮ ਹੈ, ਲੋਕਾਂ ਦੇ ਪੱਖ 'ਚ। ਮੇਰੇ ਸਾਹਮਣੇ ਮੇਰੇ ਬਹੁਤ ਸਾਰੇ ਸਾਥੀ ਬੈਠੇ ਨੇ ਜਿਨ੍ਹਾਂ ਨੂੰ ਮੈਂ ਜਾਣਦਾ, ਉਹਨਾਂ ਨੂੰ ਵੀ ਜ਼ਿੰਮੇਵਾਰੀਆਂ ਮਿਲਣਗੀਆਂ, ਉਹ ਵੀ ਹੁਣ ਸਰਕਾਰ ਦਾ ਹਿੱਸਾ ਬਣਨਗੇ। ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਵੀ ਜ਼ਿੰਮੇਵਾਰੀਆਂ ਮਿਲਣਗੀਆਂ, ਕਿਉਂਕਿ ਜੇ ਤੰਦੂਲਕਰ ਨੂੰ ਕੀਨੀਆ ਦੀ ਟੀਮ 'ਚ ਭੇਜ ਦਈਏ, ਉਹ ਇਕੱਲਾ ਨਹੀਂ ਜਿਤਾ ਸਕਦਾ, ਨਾਲ ਉਹਦੇ ਆਲੇ ਦੁਆਲੇ ਵੀ ਚਾਹੀਦੇ ਆ ਪਲੇਅਰ ਵਧੀਆ। ਸੋ ਇਸ ਕਰਕੇ ਆਪਾਂ ਇੱਕ ਬਹੁਤ ਵਧੀਆ ਟੀਮ ਬਣਾਵਾਂਗੇ ਇਮਾਨਦਾਰ ਲੋਕਾਂ ਦੀ, ਕਿ ਲੋਕ ਇਹ ਕਹਿਣ ਕਿ ਇਸ ਵਾਰ ਵੋਟ ਪਾਉਣ ਦਾ ਨਜ਼ਾਰਾ ਆ ਗਿਆ। ਇਸ ਵਾਰ ਗੱਲ ਬਣੀ ਹੈ 15 ਅਗਸਤ ਨੂੰ 75 ਮੁਹੱਲਾ ਕਲੀਨਿਕ ਸ਼ਾਨਦਾਰ ਪੰਜਾਬ ਨੂੰ ਸਮਰਪਿਤ ਕਰ ਦਿੱਤੇ ਜਾਣਗੇ। ਉਹ ਤੋਂ ਬਾਅਦ ਬਣੀ ਜਾਣਗੇ। ਹੋ ਸਕਦਾ 30 ਅਗਸਤ ਤੱਕ 100 ਹੋ ਜਾਣ। ਤੁਹਾਡੇ ਵੱਡੇ ਪਿੰਡਾਂ 'ਚ ਮੁਹੱਲਾ ਕਲੀਨਿਕ, ਆਮ ਆਦਮੀ ਪਾਰਟੀ ਕਲੀਨਿਕ ਆਉਣਗੇ। 90% ਬੰਦੇ ਉਹ ਕਲੀਨਿਕ 'ਚੋਂ ਹੀ ਦਵਾਈ ਲੈ ਕੇ ਠੀਕ ਹੋ ਕੇ ਘਰੇ ਵਾਪਸ ਚਲੇ ਜਾਣਗੇ। ਉਹਨਾਂ ਨੂੰ ਵੱਡੇ ਹਸਪਤਾਲਾਂ 'ਚ ਧੱਕੇ ਖਾਣ ਦੀ ਲੋੜ ਨਹੀਂ ਪੈਣੀ, ਇੰਨੇ ਸ਼ਾਨਦਾਰ ਨੇ ਉਹ। ਅੱਜ ਵਿਦਿਅਕ ਸੰਤ ਕਹਾਉਣ ਵਾਲੇ, ਜਿਨ੍ਹਾਂ ਨੇ ਉਸ ਜ਼ਮਾਨੇ 'ਚ ਵਿਦਿਆ ਦਾ ਦਾਨ ਬਖਸ਼ਿਆ, ਵਿਸ਼ਵ ਹਿੰਦੂ ਕਾਸ਼ੀ ਯੂਨੀਵਰਸਿਟੀ ਦਾ ਉਦਘਾਟਨ ਕੀਤਾ, ਉਸ ਜ਼ਮਾਨੇ 'ਚ ਸੰਤ ਬਾਬਾ ਅਤਰ ਸਿੰਘ ਜੀ, ਅੱਜ ਉਹਨਾਂ ਦੀ ਚਰਨ ਛੋਹ ਪ੍ਰਾਪਤ ਧਰਤੀ ਮਸਤੂਆਣਾ ਸਾਹਿਬ ਵਿਖੇ ਸੰਤ ਅਤਰ ਸਿੰਘ ਮੈਡੀਕਲ ਕਾਲਜ ਐਂਡ ਸਾਇੰਸਿਸ ਜਿਹੜਾ ਉਦਘਾਟਨ ਕਰਕੇ ਆਇਆ। ਕਾਲਜ, ਹਸਪਤਾਲ, ਸਪੋਰਟਸ ਦਾ ਵਿੱਚ ਅਰੀਨਾ, ਔਰ ਇਹੋ ਜਿਹਾ ਡਿਜ਼ਾਈਨ ਹੈ ਇੰਡੀਆ ਦੇ ਵਿੱਚ ਹਜੇ ਤੱਕ ਕਿਸੇ ਹਸਪਤਾਲ ਜਾਂ ਕਾਲਜ ਦਾ ਇਹੋ ਜਿਹਾ ਡਿਜ਼ਾਈਨ ਨਹੀਂ ਹੈਗਾ। ਤੁਸੀਂ 31 ਮਾਰਚ 2023 ਤੱਕ ਉਹ ਤਿਆਰ ਹੋ ਜਾਊਗਾ, ਦੇਖਿਓ। ਮੈਨੂੰ ਪੱਤਰਕਾਰ ਪੁੱਛਣ ਲੱਗੇ, ਕਹਿੰਦੇ ਜੀ ਕਾਂਗਰਸੀ ਸੰਗਰੂਰ ਜ਼ਿਲ੍ਹੇ ਦੇ ਤੇ ਪਰਮਿੰਦਰ ਢੀਂਡਸਾ, ਉਹਨਾਂ ਨੇ ਕਿਹਾ ਕਿ ਅਸੀਂ ਰਾਜਨੀਤੀ ਛੱਡ ਦਾਂਗੇ, ਇਹ ਤਿਆਰ ਨਹੀਂ ਹੋਣਾ ਇੰਨੀ ਤਰੀਕ ਤੱਕ। ਅਸਲ ਚੋਰ ਨੂੰ ਸਾਰੀ ਦੁਨੀਆ ਚੋਰਾਂ ਦੀ ਲੱਗਦੀ ਹੁੰਦੀ ਹੈ, ਸਾਧ ਨੂੰ ਸਾਧਾਂ ਦੀ ਲੱਗਦੀ ਹੁੰਦੀ ਹੈ। ਮੈਂ ਕਿਹਾ ਜੀ ਕੀ ਕਿਹਾ? ਕਹਿੰਦੇ ਕਾਂਗਰਸੀ ਤੇ ਪਰਮਿੰਦਰ ਢੀਂਡਸਾ ਕਹਿੰਦੇ ਅਸੀਂ ਰਾਜਨੀਤੀ ਛੱਡ ਦਾਂਗੇ, ਇਹ ਤਿਆਰ ਨਹੀਂ ਹੋਣਾ। ਮੈਂ ਕਿਹਾ ਉਹ ਤਾਂ ਬਾਅਦ ਦੀ ਗੱਲ ਹੈ, ਪਹਿਲਾਂ ਮੈਨੂੰ ਇਹ ਦੱਸੋ ਰਾਜਨੀਤੀ 'ਚ ਹੈਗੇ ਉਹ ਹਜੇ?
ਘਰੇ ਤਾਂ ਬਿਠਾਤੇ ਲੋਕਾਂ ਨੇ, ਹਜੇ ਵੀ ਕਹਿੰਦੇ ਛੱਡ ਦਿਆਂਗੇ। ਰੱਸੀ ਜਲ ਗਈ, ਬਟ ਨਹੀਂ ਗਿਆ ਬਸ, ਕਿਉਂਕਿ ਇਹਨਾਂ ਨੇ ਕਦੇ ਕੋਈ ਇੰਨੀ ਛੇਤੀ ਚੀਜ਼ ਬਣਾਈ ਨਹੀਂ ਸੀ। ਇਸ ਕਰਕੇ ਇਹਨਾਂ ਨੂੰ ਆਦਤ ਨਹੀਂ ਹੈਗੀ। ਇਹਨਾਂ ਨੂੰ ਕੱਲੇ ਨੀਂਹ ਪੱਥਰ ਰੱਖਣੇ ਆਉਂਦੇ ਨੇ, ਤੇ ਉਹ ਨੀਂਹ ਪੱਥਰ ਸਿਰਫ ਝੋਟਿਆਂ ਦੇ ਜਾਂ ਅਵਾਰਾ ਪਸ਼ੂਆਂ ਦੇ ਖੁਰਕ ਕਰਨ ਦੇ ਕੰਮ ਆਉਂਦੇ ਨੇ। ਇਹਨਾਂ ਨੇ ਹੋਰ ਕੁਝ ਨਹੀਂ ਕੀਤਾ ਇਹ ਤੋਂ ਬਿਨਾਂ। ਤੇ ਤੁਸੀਂ ਇੱਧਰ ਨੂੰ ਜਾਇਆ ਕਰੋਗੇ ਜਦੋਂ ਮੱਥਾ ਟੇਕਣ ਮਸਤੂਆਣਾ ਸਾਹਿਬ ਨੂੰ, ਅੱਜ ਜਾਓਗੇ ਤਾਂ ਨਕਸ਼ਾ ਹੋਰ ਹੋਊਗਾ, ਅਗਲੇ ਦਿਨ ਜਾਓਗੇ ਤਾਂ ਉਹੀ ਕੰਧ ਹੋਰ ਉੱਚੀ ਚੱਕੀ ਹੋਊਗੀ। ਤੁਸੀਂ ਕਹੋਗੇ ਯਾਰ ਆਹ ਕੰਮ ਚੱਲ ਰਿਹਾ ਹੈ। ਇਹ ਉਹ ਕੰਮ ਨਹੀਂ ਹੈਗੇ ਪਹਿਲਾਂ ਵਾਲੇ ਵੀ ਕਹਿ ਗਏ ਮੁੜ ਕੇ ਬਣਿਆ ਹੀ ਕੱਖ ਨਹੀਂ। ਇਹ ਕੰਮ ਨਹੀਂ ਹੈਗੇ। 16 ਮੈਡੀਕਲ ਕਾਲਜ ਬਣਾਉਣੇ ਆ 5 ਸਾਲਾਂ 'ਚ, 9 ਸਾਡੇ ਕੋਲੇ ਹੈਗੇ ਨੇ, 25 ਹੋ ਜਾਣਗੇ। ਹਰੇਕ ਜ਼ਿਲ੍ਹੇ ਨੂੰ ਇੱਕ ਮੈਡੀਕਲ ਕਾਲਜ ਟੱਚ ਕਰੂਗਾ। ਸਾਡੇ ਧੀਆਂ ਪੁੱਤ ਇੱਥੇ MBBS ਦੀ ਡਿਗਰੀ ਕਰਨਗੇ, ਮੈਡੀਕਲ ਦੀ ਪੜ੍ਹਾਈ ਕਰਨਗੇ, ਲੱਖਾਂ ਲੋਕਾਂ ਨੂੰ ਹੋਰ ਕੰਮ ਮਿਲੂਗਾ। ਸੰਗਰੂਰ ਵਾਲਾ ਹਸਪਤਾਲ ਅਪਗ੍ਰੇਡ ਹੋਊਗਾ, ਕਿਉਂਕਿ ਇਹ ਸ਼ਰਤ ਹੁੰਦੀ ਹੈ ਜੇ ਮੈਡੀਕਲ ਕਾਲਜ ਬਣਾਉਣਾ ਹੈ ਤਾਂ ਉਹ ਸ਼ਹਿਰ ਦਾ ਜਿਹੜਾ ਸਿਵਲ ਹਸਪਤਾਲ ਹੈ ਉਹ ਅਪਗ੍ਰੇਡ ਹੋਣਾ ਚਾਹੀਦਾ ਹੈ, ਅਪ ਟੂ ਡੇਟ ਹੋਣਾ ਚਾਹੀਦਾ ਹੈ। ਸੋ ਸ਼ੁਰੂਆਤ ਕੀਤੀ ਹੈ ਪਵਿੱਤਰ ਧਰਤੀ ਤੋਂ। ਸੋ ਵੀਰੋ, ਹੁਣ ਫਲ ਫੁੱਲ ਲੱਗਣ ਲੱਗ ਗਏ। ਹੁਣ ਫਲ ਫੁੱਲ ਲੱਗਣ ਲੱਗ ਗਏ। ਉਹ ਕੀ ਕਹਿੰਦੇ ਨੇ, ਉਹ ਆਪਣਾ ਸੁਖਬੀਰ ਬਾਦਲ ਕੀ ਕਹਿੰਦਾ, ਕਹਿੰਦਾ ਸਾਂਝ ਕੇਂਦਰ, ਸੇਵਾ ਕੇਂਦਰ ਕਹਿੰਦਾ ਅਸੀਂ ਬਣਾਏ ਸੀ, ਉਹਨਾਂ 'ਚ ਬਣਾਈ ਜਾਂਦੇ ਨੇ। ਕੀ ਗੱਲ ਜੀ, ਤੁਸੀਂ ਆਪਣੇ ਪੱਲਿਓਂ ਬਣਾਏ ਸੀ? ਲੋਕ ਤਾਂ ਪਾਥੀਆਂ ਪੱਥੀ ਜਾਂਦੇ ਨੇ ਉੱਥੇ ਉੱਥੇ ਮੂਹਰੇ। ਉੱਥੇ ਅਵਾਰਾ ਪਸ਼ੂ, ਅਵਾਰਾ ਗਾਵਾਂ ਫਿਰਦੀਆਂ ਨੇ। ਇਹ ਸੇਵਾ ਕੇਂਦਰ ਹੈ ਤੁਹਾਡਾ? ਇਹ ਪੰਜਾਬ ਸਰਕਾਰ ਦੀ ਪ੍ਰਾਪਰਟੀ ਹੈ ਸੁਖਬੀਰ ਬਾਦਲ ਜੀ। ਤੁਹਾਡੇ ਕਿਸੇ ਬਾਪ ਦੀ ਜ਼ਗੀਰ ਨਹੀਂ ਹੈਗੀ, ਉਹ ਸਾਡੇ ਪੈਸੇ ਨਾਲ ਹੀ ਬਣੇ ਹੋਏ ਨੇ। ਉਹਨੂੰ ਜਿੱਥੇ ਮਰਜ਼ੀ ਵਰਤੀਏ ਅਸੀਂ। ਪੁਰਾਣੀਆਂ ਡਿਸਪੈਂਸਰੀਆਂ ਜਿਹੜੀਆਂ ਬਣਾਈਆਂ ਅਸੀਂ, ਘਾਹ ਉੱਗਿਆ ਪਿਆ ਉਹਨਾਂ 'ਚ, ਉਹਨਾਂ ਨੂੰ ਠੀਕ ਕਰਾਂਗੇ। AC ਲੱਗਣਗੇ ਉੱਥੇ, ਡਾਕਟਰ ਆਉਣਗੇ ਉੱਥੇ। ਮੁਹੱਲਾ ਕਲੀਨਿਕਾਂ ਵਾਸਤੇ 2170 ਡਾਕਟਰਾਂ ਨੇ ਅਪਲਾਈ ਕੀਤਾ। 1940 ਤੋਂ ਵੱਧ ਪੰਜਾਬ ਦੇ ਨੇ, ਕਹਿੰਦੇ ਅਸੀਂ ਕੰਮ ਕਰਨਾ ਇੱਥੇ। ਕੰਮ ਮਿਲੂਗਾ। ਸਾਡੇ ਧੀਆਂ ਪੁੱਤ ਯੂਕਰੇਨ ਕਿਉਂ ਜਾਣ ਬਈ ਪੜਨ ਮੈਡੀਕਲ ਦੀ ਪੜ੍ਹਾਈ? ਰਸ਼ੀਆ 'ਚ ਜਾਂ ਯੂਕਰੇਨ 'ਚ? ਯੂਕਰੇਨ ਨੂੰ 25 ਸਾਲ ਹੋਏ ਨੇ ਹਜੇ ਆਜ਼ਾਦ ਹੋਏ ਨੂੰ, ਸਾਨੂੰ 75 ਹੋ ਜਾਣਗੇ 10 ਦਿਨਾਂ ਨੂੰ। ਅਸੀਂ ਕਾਲਜ ਨਹੀਂ ਬਣਾ ਸਕੇ, ਸਾਡੇ ਜਵਾਕ ਯੂਕਰੇਨ ਜਾਂਦੇ ਨੇ। ਕਾਰਨ ਕੀ ਹੈ? ਨੰਬਰ ਆਉਂਦੇ ਆ 99%। ਇੱਥੇ ਕੋਟੇ ਨੇ, ਚੇਅਰਮੈਨ ਕੋਟਾ, ਫਲਾਨਾ ਕੋਟਾ। ਇੱਥੇ ਲੱਗਦਾ 2 ਕਰੋੜ MBBS ਕਰਾਉਣ ਦਾ, ਉੱਥੇ ਹੁੰਦਾ ਕੰਮ 25 ਤੋਂ 30 ਲੱਖ 'ਚ। ਕਿਉਂ ਨਹੀਂ ਭੇਜਣਗੇ ਜਵਾਕ? ਫਿਰ ਉੱਥੇ ਲੜਾਈ ਲੱਗ ਗਈ, ਫਿਰ ਸਾਨੂੰ ਉਹਨੂੰ ਜਾਨ ਨੂੰ ਖਤਰਾ ਹੋ ਗਿਆ, ਸਾਨੂੰ ਜਹਾਜ਼ ਭੇਜ ਕੇ ਵਾਪਸ ਬੁਲਾਉਣੇ ਪਏ। ਇਹ ਸਾਡੇ ਲਈ ਸ਼ਰਮ ਦੀ ਗੱਲ ਹੈ ਇਹ, ਕਿ ਜਾਣ ਕਿਉਂ ਇੱਥੋਂ? ਇੱਥੇ ਹੀ ਬਣਾਓ ਕਾਲਜ। ਸੋ ਇਹਨਾਂ ਦੀ ਨੀਅਤ ਸਾਫ਼ ਨਹੀਂ ਹੈਗੀ। ਅੱਜ ਵਾਤਾਵਰਨ ਨੂੰ ਸੰਭਾਲਣ ਦੀ ਲੋੜ ਹੈ। ਸੀਵਰੇਜ ਸਾਡੇ ਬੰਦ ਹੋ ਗਏ, ਵਿੱਚ ਪਲਾਸਟਿਕ ਹੈ ਉਹ ਗਲਦਾ ਨਹੀਂ, ਨਾ ਉਹ ਅੱਗੇ ਤੁਰੇ। ਮੀਂਹ ਪੈਂਦਾ ਤਾਂ ਓਵਰਫਲੋ ਹੋ ਜਾਂਦੇ ਆ ਢੱਕਣ, ਗਲੀਆਂ 'ਚ ਪਾਣੀ ਆ ਜਾਂਦਾ ਗੰਦਾ। ਇਹਦੇ 'ਚ ਫਿਰ ਆਪਾਂ ਸਰਕਾਰ ਨੂੰ ਗਾਲਾਂ ਕੱਢਦੇ ਹਾਂ, ਜਾਂ ਮੀਡੀਆ ਵੀ ਕਹਿੰਦਾ ਪਹਿਲੇ ਮੀਂਹ ਨਾਲ ਹੀ ਪ੍ਰਸ਼ਾਸਨ ਦੀ ਪੋਲ ਖੁੱਲੀ। ਪ੍ਰੋਬਲਮ ਇਹ ਹੈ, ਪੋਲ ਪੁਰਾਣੇ ਪ੍ਰਸ਼ਾਸਨ ਦੀ ਹੁੰਦੀ ਆ, ਉਹ ਖੁੱਲਦੀ ਕਿਸੇ ਨਵੇਂ ਪ੍ਰਸ਼ਾਸਨ ਵੇਲੇ ਆ ਉਹ। ਸੋ ਇਹਦੇ ਵਿੱਚ ਤੁਹਾਡੇ ਸਹਿਯੋਗ ਦੀ ਲੋੜ ਹੈ। ਆਪਾਂ ਪਲਾਸਟਿਕ ਦਾ ਜਿਹੜਾ ਸਮਾਨ ਹੈ ਉਹਨੂੰ ਵਰਤਣਾ ਬੰਦ ਕਰੀਏ। ਅੱਜ ਕੱਲ੍ਹ ਬਹੁਤ ਆ, ਤੁਸੀਂ ਇੱਥੇ ਦੇਖ ਕੇ ਜਾਇਓ, ਪ੍ਰਦਰਸ਼ਨੀ ਲੱਗੀ ਹੋਈ ਹੈ। ਅਚਾਰ, ਮੁਰੱਬੇ, ਉਹ ਜੜੀ ਬੂਟੀਆਂ 'ਚੋਂ ਲਿਆਂਦੇ ਹੋਏ, ਕੰਢੀ ਦੇ ਖੇਤਰ 'ਚੋਂ, ਕਿਵੇਂ ਉਹਨਾਂ ਨੇ ਦਰਖਤਾਂ ਨੂੰ
ਕੁਦਰਤ ਨੇ ਆਪਾਂ ਨੂੰ ਸਭ ਕੁਝ ਦਿੱਤਾ ਹੈ, ਕਿਵੇਂ ਉਹਨਾਂ ਨੇ ਦਰਖਤਾਂ ਤੋਂ ਪੱਤੇ ਲੈ ਕੇ ਜੜੀ ਬੂਟੀਆਂ ਬਣਾਈਆਂ। ਇੱਥੇ ਐਗਜ਼ੀਬਿਸ਼ਨ ਲੱਗੀ ਹੋਈ ਹੈ। ਮੈਂ ਧੰਨਵਾਦ ਕਰਦਾ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮਹਿਕਮੇ ਦਾ, ਜਿਨ੍ਹਾਂ ਦੇ ਸਾਰੇ ਅਫਸਰਾਂ ਨੇ ਬਹੁਤ ਮਿਹਨਤ ਕੀਤੀ ਹੈ। ਡੀਸੀ ਸਾਹਿਬ ਸੰਗਰੂਰ ਬਹੁਤ ਮਿਹਨਤ ਕੀਤੀ ਹੈ, ਕਿਉਂਕਿ ਇਹੋ ਜਿਹੇ ਫੰਕਸ਼ਨ ਕੱਲੀਆਂ ਫੋਟੋਆਂ ਖਿਚਾਉਣ ਵਾਸਤੇ ਨਹੀਂ ਹੁੰਦੇ, ਕੁਛ ਨਾ ਕੁਛ ਸਿੱਖ ਕੇ ਜਾਣਾ ਹੈ। 31 ਅਗਸਤ ਆਊਗੀ, ਹੁਣ 1 ਜੁਲਾਈ ਤੋਂ ਆਪਾਂ ਬਿਜਲੀ ਫ੍ਰੀ ਕਰਤੀ, 600 ਯੂਨਿਟ 2 ਮਹੀਨਿਆਂ ਦਾ। 31 ਤਰੀਕ ਨੂੰ 600 ਯੂਨਿਟ 2 ਮਹੀਨੇ ਹੋ ਜਾਣਗੇ। ਬਿੱਲ ਆਊਗਾ ਫਿਰ ਪਹਿਲੇ ਹਫਤੇ ਸਤੰਬਰ ਦੇ, ਔਰ ਉਹ 600 ਯੂਨਿਟ ਦੇ ਵਿੱਚ ਕੋਈ ਕਿਲੋਵਾਟ ਦਾ ਚੱਕਰ ਨਹੀਂ, ਕੋਈ ਇਹ ਨਹੀਂ ਹੈਗਾ ਵੀ ਇਹ ਜਨਰਲ ਘਰ ਹੈ, ਇਹ BC ਹੈ, ਇਹ SC ਹੈ, ਇਹ BPL ਹੈ, ਇਹ ਫਰੀडम फाइटर है। मेरा मकसद 600 यूनिट तो थले है, बस 600 यूनिट तो थले है तब बिजली का बिल नहीं आऊगा। मैं बिजली बोर्ड को बुलाया, मैं क्या मैनू सच्चो सच दसो किन्ने घरां नूं 600 यूनिट तो थले बिल आऊगा कि जीरो हो जाऊगा उन्हां दा। वो कहंदे जी साडा पुराना रिकॉर्ड ये कहंदा है 74 लाख घरां चों जिथे मीटर लगे हुए ने 51 लाख घरां नूं जीरो बिल आऊगा जी। 51 लाख घरां नूं जीरो बिल आऊगा जी 20 दिन बाद, आ महीने मतलब महीने बाद 5 हो गई अज। होर गरीब कहंदा यार मेरा 15-20 हज़ार आउंदा सी, मेरा बच गया इन्ना पैसा, यही मैं अपने जवाक की पढ़ाई ते ला लूँगा, यही मैं कोई कबीलदारी च किते होर वरत लूँगा। दसो ये आपां नूं चाही देखो जे आपां टैक्स दिन्ने आ तो टैक्स का पैसा किसी ना किसी तरीके नाल वापस तो आना चाहिए ना, आ रहा हो। हुण शुरू होगा आटा दाल स्कीम, कणक लैनी है कणक ले लियो, आटा लेना आटा ले लियो, पिसाई का खर्चा सरकार देगी, डीपू तो लिया डीपू तो लियाओ, घरें मंगाना घरें मंगा लियो। एक बड़ी प्राइवेट कंपनी नाल गल कीती है, कारां उन्हां दियां होणगियां, वो आपदी एडवरटाइजमेंट करनगे, बस आपां तो कुछ नहीं लैंदे। उत्ते लिखिया होऊगा गरीबां नूं राशन देण वाली गड्डी, ते जदों वो गड्डी च पैकिंग होई होगी तो जदों ये गरीबां नूं राशन देण वाली गड्डी ऐ दोने पासे लिखिया होऊगा, जदों वो गड्डी किसी 9-11 वाले घर दे मूहरे खड़ी, भाई उहदे कोले कार्ड है, बई उहदे कोल कार्ड बनाया होया है, उहदी पहले चलदी सी, उन्हें चन्नी तो बनाया है, उन्हें मनिंदर तो बनाया है, उन्हें सुखबीर तो बनाया है। जदों गड्डी घरें खड़ूगी उहदे घर मूहरे बैल मार के कहांगे सरदार जी गरीबां वाली गड्डी आ गई, लै लो राशन। देखो किवें कटाउंदे ने, फिर भी कट दो साडा तां जी कट दो, क्योंकि पिंड मैनूं पता, मैं पिंडां वाला ही हाँ, इहो जी अल पैंदी है, लोग इहो जिहा नां रखदे ने, कई पीढ़ियां दाग धोने औखे होए ने। अगला कहंदा भुखियां दे जाना बाई, ਉਹ चौथा घर छड्ड के खब्बे मुड़ जी, रिश्ते नहीं हुंदे। अगला कहना भुखे कहंदे ने इन्हां नूं तां यार, सही है ना तरीका। एक बार तो गड्डी उन्हां दे घर मूहरे खड़ावांगे आपां, हाँ जी अंदर वड़दी अंदर ले जाएंगे। गेल कहंदा अंदर बड़े बड़े गेट ने, गड्डी अंदर वड़ सकती है यार, कमाल है। मतलब सियाणे कहंदे आ ढिड दा भुखा रज जांदा, नींद दा भुखा नहीं रजदा। की तुसीं गरीबां वाला राशन लैके किहड़े चवारे छत लोगे? किसी गरीब दे मूँह च पै लैण दो बुरकी, नाल ले जाना। सो इस करके आटा दाल स्कीम शुरू होने लगी है। बुढ़ापा पेंशन
बहुत खज्जल खुआरियां हुंदियां सी बैंकां च। बैंकां मूहरे बजुर्ग तुरिया नहीं जाता, लाइनां ला के बैठे, प्यासे भुखे, देखे नहीं जाते सी। असी सिस्टम चेंज करन लगे हैं। एक प्राइवेट कंपनी नाल गल हुई है, नाले वो रोजगार देगी, बुढ़ापा पेंशन तुहाडे घर दा कुंडा खड़का के बजुर्गां नूं वो जिहड़ा इलैक्ट्रॉनिक मीटर हुंदा, बायोमीटर, उहदे ते अंगूठा लवा के तुहाडे घरें आऊ जी। उहदे बदले वो कंपनी, क्योंकि कंपनी कोले पैसा बहुत जमा करावांगे असीं बैंक कोले, तां वो बैंक जिहड़ी है वो रोजगार देऊगी। जिहड़े मुंडे वंडणगे बुढ़ापा पेंशना, तो वह पढ़े लिखे मुंडे अपने कोले बथेरे ने, अपने कोले जिहड़े तेल पाउंदे रहे मोटरसाइकिलों 'च। मैं उही तां कहना, काम मिलूगा जबरदस्त, आप देवांगे, जबरदस्त काम मिलूगा। एक होर इहदे नाल समाजिक जिहड़ी मसला है वो हल हो जाऊगा। कई घरां 'च, मैं सारिਆਂ 'च नहीं कहंदा, कई घरां 'च ये हुंदा है, शिकायतां भी मिलियां ने कि मुंडा बेबे बापू तो अंगूठा लवा लैंदा है, बैंक चों पेंशन कढ़ा लैंदा, पर उन्हां नूं दिंदा नहीं। इत्थे की होऊगा, घरे जाऊगा बंदा, बेबे बापू मंजे ते पए ने, उठिया नहीं जाता, कोई गल नहीं, अंगूठा लवा के एक बारी पेंशन उन्होंने हाथ च फड़ाउणी है। वो भावें नाल दी नाल आपदे मुंडे नूं दे देण, नूंह नूं दे देण, सानूं इहदे नाल कोई नहीं, पर एक बारी उन्हां नूं मिलूगी जिन्हां दे नां ते आ। इहदे नाल बहुत वड्डे मसले हल हो जाणगे। आरसी बनाउण वास्ते बड़े पंगे पैंदे सी, किन्ने गेड़े वजदे सी डीटीओ दफ्तरां दे, जमा कंप्यूटराइज करता। धूरी दे किसी गड्डियां दे शोरूम च जाओ, मोटरसाइकिल दे शोरूम च जाओ, नंबर उत्थे कंप्यूटर च पे ने, वो दिखा दूगा भी किहड़ा नंबर भाई तैनूं पसंद है, वो नंबर ले लो, नाल दी नाल फार्म भर दूगा डीलर, आधार कार्ड हो जाऊगा, फोन नंबर हो जाऊगा, नाल दी नाल आरसी बन के थोड़े मोबाइल ते आ जाऊगी। तुसी मोटरसाइकिल या कार दे नाल आरसी लैके वो शोरूम चों बाहर निकलोगे, बाहर थोनों कोई किते पुलिस वाला रोकू, वो कहूगा आरसी दिखा दे, तुसी वो मोबाइल फोन दिखा सकते हो, वो मोबाइल फोन वाली आरसी प्रवानित है, असी वो प्रवानित करती। तो जिहड़ी दूजी आरसी है कार्ड वाली, वो थोनों रूटीन च 10-15 दिन बाद डाक चापी आ जाऊगी। लर्निंग लाइसेंस बनाना है, गेड़े वजदे सी, पोर्टल बनाता, वो पोर्टल खोलो, वो ते टेस्ट दिओ, आपदा नाम ते आधार कार्ड पा के टेस्ट दिओ, नाल दी नाल टेस्ट दा रिजल्ट आ जाऊगा, थोड़े फोन ते लर्निंग लाइसेंस आ जाऊगा। एक साल च 7.5 लाख लर्निंग लाइसेंस वास्ते 7.5 लाख बंदा अप्लाई करता है, उन्होंने घट्टो घट्ट 2 गेड़े वजदे ने, यानी कि 15 लाख गेड़े बचणगे जी। 15 लाख घरें वड़ जूगा जी। जे नींह साफ होवे तो यह जा कुछ मऊ आने जाता है, वो एक धूरी आऊगा, एक मोहाली आऊगा, एक उधर आऊ, इत्थे आऊ। मेरे आए पे ने नौहां च ना ना, जदों हैवी दे लाइसेंस की ट्रेनिंग होंदी है, वो मऊआ ने जाना पैंदा, उन्होंने एक तो धूरी च लैके आवांगे, इत्थे किते बनावांगे सेंटर, रोजगार भी वधूगा उहदे नाल। भी धूरी वालियां नूं तां हुण तां मालक ने, उन्होंने की कह सकते हुण आपां, वो तो मालक ने धूरी वाले, तां पिंड इधरले पासे अद्धे, अद्धे पिंड इधरले पासे। सो धूरी वाले तां भाई मतलब जो मर्जी मंग सकते हैं, वो तो उन्होंने जिहड़े प्यार का मुल तो आपां किसी कीमत दे नहीं सकते। सो नाल होर भी स्कीमां ने, आउण वाले दिनां च तुहानूं दस्सांगे। स्कूल बहुत शानदार होणगे, कॉलेज बनणगे,
बहुत सारियां होर इहो जिहियां स्कीमां ਜਿਹਨੂੰ ਤੁਸੀਂ ਦੇਖ ਕੇ ਤੇ ਸੁਣ ਕੇ ਵੀ ਹੈਰਾਨ ਹੋਵੋਗੇ ਵੀ ਐ ਹੋ ਸਕਦਾ ਯਾਰ, ਤੁਹਾਨੂੰ ਕਰਕੇ ਦਿਖਾਵਾਂਗੇ। ਇਹ ਉਹ ਕੰਮ ਨਹੀਂ ਹੈਗਾ ਵੀ ਮੰਜਾ ਬੁਣ ਲੈਣਾ, ਬੱਕਰੀ ਚੋ ਲੈਣਾ, ਗੁੱਲੀ ਡੰਡਾ ਖੇਡ ਲੈਣਾ। ਹੁਣ ਕਿੱਧਰ ਗਿਆ ਉਹ ਬਾਂਦਰ ਕਿੱਲੇ ਵਾਲੇ ਕਿੱਲੇ ਖਾਲੀ ਪਏ ਨੇ, ਗੁੱਲੀ ਡੰਡੇ ਨੂੰ ਸਿਉਂਕ ਲੱਗ ਗਈ, ਬੱਕਰੀਆਂ ਹੜਤਾਲ ਕਰਨ ਨੂੰ ਫਿਰਦੀਆਂ ਨੇ ਵੀ ਸਾਨੂੰ ਕੌਣ ਚੋਊਗਾ। ਹੁਣ ਕਿੱਧਰ ਗਏ ਉਹ? ਭਾਜੀ ਗਏ ਲੋਕ। ਹੱਦ ਹੈ। ਮੁੱਖ ਮੰਤਰੀ ਦਾ ਕੈਂਡੀਡੇਟ ਨਹੀਂ ਲੱਭ ਰਿਹਾ ਕਾਂਗਰਸ ਨੂੰ, ਕਿੱਧਰ ਗਿਆ? ਜੇ ਪੁੱਛੋ ਮੈਨੂੰ ਨਹੀਂ ਪਤਾ ਜੀ ਕਿੱਧਰ ਗਿਆ। ਲਓ ਜੀ, ਕੋਈ ਕਾਰਨ ਨਹੀਂ ਹੋਊਗਾ ਨਾ ਭੱਜਣ ਦਾ। ਸੋ ਇਸ ਕਰਕੇ ਆਪਾਂ ਤੁਹਾਡੇ ਨਾਲ ਆ, ਤੁਹਾਡੇ ਵਰਗੇ ਆ। ਧੂਰੀ ਦੀਆਂ ਸਮੱਸਿਆਵਾਂ ਤੇ ਜੇ ਆਈਏ, ਧੂਰੀ ਸ਼ਹਿਰ ਦੀ ਵੀ ਬਹੁਤ ਵੱਡੀ ਸਮੱਸਿਆ ਹੈ, ਜਿਹੜੀ ਰੇਲਵੇ ਲਾਈਨ ਵਾਲੀ। ਰੇਲਵੇ ਲਾਈਨ ਦੀ ਬਹੁਤ ਵੱਡੀ ਸਮੱਸਿਆ ਹੈ। ਅੱਧਾ ਸ਼ਹਿਰ ਵੰਡ ਦਿੰਦਾ, ਬੰਦ ਰਹਿੰਦਾ ਹੈ। ਇਹ ਤੇ 15 ਕਰੋੜ ਰੁਪਇਆ ਲੱਗੂਗਾ ਜੀ। ਅਸੀਂ ਓਵਰ ਬ੍ਰਿਜ ਬਣਾਵਾਂਗੇ ਰੇਲਵੇ ਤੇ। ਕੁਛ ਦੁਕਾਨਦਾਰ ਪ੍ਰਭਾਵਿਤ ਹੋਣਗੇ, ਉਹਨਾਂ ਨਾਲ ਗੱਲ ਕਰਕੇ ਉਹਨਾਂ ਨੂੰ ਰੀਲੋਕੇਟ ਕਰ ਦਾਂਗੇ। ਅਸੀਂ ਕਿਸੇ ਦਾ ਰੁਜ਼ਗਾਰ ਨਹੀਂ ਖੋਣਾ। 15 ਕਰੋੜ ਰੁਪਈਆ ਜਿਹੜਾ ਮੈਂ ਓਵਰ ਬ੍ਰਿਜ ਵਾਸਤੇ ਅੱਜ ਅਨਾਉਂਸ ਕਰਨ ਲੱਗਿਆ। ਤੇ ਧੂਰੀ ਦਾ ਜਿਹੜਾ ਸੀਵਰੇਜ ਹੈ ਸਿਸਟਮ ਸਾਰਾ ਬੰਦ ਹੋ ਗਿਆ, ਓਵਰਫਲੋ ਹੋ ਜਾਂਦਾ, ਗਲੀਆਂ 'ਚ ਫਿਰਦਾ। ਉਹ ਸਾਰੇ ਸੀਵਰੇਜ ਸਿਸਟਮ ਨੂੰ ਬਿਲਕੁਲ ਨਵੇਂ ਤਰੀਕੇ ਨਾਲ ਪਾਉਣ ਵਾਸਤੇ 13 ਕਰੋੜ ਰੁਪਏ ਦਾ ਪ੍ਰੋਜੈਕਟ ਹੈ, ਉਹ ਵੀ ਤੁਹਾਨੂੰ ਅੱਜ ਮਨਜ਼ੂਰ ਕਰਨ ਲੱਗਿਆ ਜੀ। ਉਧਰ ਲਾਈਨ ਦੇ ਪਰਲੇ ਪਾਸੇ ਕੋਈ ਪਾਰਕ ਨਹੀਂ ਹੈਗਾ, ਬਿਜਲੀ ਬੋਰਡ ਦੀ ਜਗ੍ਹਾ ਉੱਥੇ ਪਈ ਹੈ। ਉੱਥੇ 3-4 ਏਕੜ ਬਿਜਲੀ ਬੋਰਡ ਨਾਲ ਗੱਲ ਕਰਕੇ ਅਸੀਂ ਲੈ ਲਾਂਗੇ 2 ਕਰੋੜ ਰੁਪਏ ਦਾ ਬਹੁਤ ਹੀ ਸ਼ਾਨਦਾਰ ਪਾਰਕ ਜਿਹੜਾ ਹੈ ਉਹ ਧੂਰੀ ਦੇ ਪਰਲੇ ਪਾਸੇ, ਲਾਈਨ ਦੇ ਪਰਲੇ ਪਾਸੇ ਉਹ ਤਾਂ ਪਾਰਕ ਬਣਾਵਾਂਗੇ। ਇਸ ਤੋਂ ਇਲਾਵਾ ਇੱਕ ਬੈਡਮਿੰਟਨ ਦਾ ਕੋਰਟ, ਮੈਂ ਹੀ ਪੈਸੇ ਦਿੱਤੇ ਸੀ ਐਮਪੀ ਵੇਲੇ, ਬੈਡਮਿੰਟਨ ਦਾ ਕੰਪਲੈਕਸ, ਉੱਥੇ 12 ਬੱਚੇ ਖੇਡ ਸਕਦੇ ਨੇ। ਉਹਨੂੰ ਵਧਾ ਕੇ 70 ਬੱਚਿਆਂ ਦੀ ਕੈਪੈਸਿਟੀ ਦਾ ਕਰਾਂਗੇ, ਤਾਂ ਕਿ ਸਾਡੇ ਬੱਚੇ ਜਿਹੜੇ ਨੇ ਖੇਡ ਸਕਣ ਤੇ ਮੱਲਾਂ ਮਾਰ ਸਕਣ ਅੱਗੇ ਆਉਣ ਵਾਲੇ ਦਿਨਾਂ 'ਚ, ਆਉਣ ਵਾਲੇ ਖੇਡਾਂ 'ਚ, ਵੱਡੇ ਵੱਡੇ ਟੂਰਨਾਮੈਂਟਾਂ 'ਚ। ਬਾਕੀ ਪਿੰਡਾਂ ਦੀ ਗੱਲ, ਧੂਰੀ ਦੇ ਅੱਧੇ ਪਿੰਡ ਇੱਧਰ ਨੇ, ਅੱਧੇ ਇੱਧਰ ਨੇ। ਪਿੰਡਾਂ ਦੇ ਵਿੱਚ ਸੜਕਾਂ ਦੀ ਪ੍ਰੋਬਲਮ ਹੈ, ਗੰਦੇ ਟੋਬਿਆਂ ਦੀ ਪ੍ਰੋਬਲਮ ਹੈ, ਔਰ ਸਭ ਤੋਂ ਵੱਡੀ ਪ੍ਰੋਬਲਮ ਕੀ ਹੈ? ਬੱਸਾਂ ਹੀ ਨਹੀਂ ਜਾਂਦੀਆਂ। ਪੁਰਾਣੇ ਰੂਟ ਹੀ ਬੰਦ ਹੋ ਗਏ। ਜੇ 10ਵੀਂ ਦਾ ਸਕੂਲ 5 ਕਿਲੋਮੀਟਰ ਤੇ ਹੈ, ਆਪਦੇ ਪਿੰਡ 8ਵੀਂ ਦਾ, 8ਵੀਂ ਤੋਂ 10ਵੀਂ ਕਰਨ ਵਾਸਤੇ ਖਾਸ ਤੌਰ ਤੇ ਕੁੜੀਆਂ ਨੂੰ ਮਾਪੇ ਭੇਜਦੇ ਨਹੀਂ ਹੈਗੇ, ਕਿਉਂਕਿ ਜ਼ਮਾਨਾ ਤੁਹਾਨੂੰ ਪਤਾ ਮਾੜਾ ਹੈ। ਉਹ ਕਿਸੇ ਨਾ ਕਿਸੇ ਨੂੰ ਹੱਥ ਦਿੰਦੀਆਂ, ਟਰਾਲੀਆਂ ਤੇ ਲਟਕਦੀਆਂ ਵਿਚਾਰੀਆਂ। ਸੋ ਇਹ ਕਿੰਨੀਆਂ ਕੁੜੀਆਂ, ਹੁਸ਼ਿਆਰ ਕੁੜੀਆਂ ਜਿਹੜੀਆਂ ਪਹਿਲੇ ਨੰਬਰ ਤੇ ਪੰਜਾਬ 'ਚੋਂ ਆ ਸਕਦੀਆਂ ਸੀ, ਉਹਨਾਂ ਨੂੰ ਮਤਲਬ ਪੜ੍ਹਾਈ ਤੋਂ ਵਾਂਝੇ ਰਹਿਣਾ ਪੈ ਜਾਂਦਾ। ਜਿੰਨੇ ਪੁਰਾਣੇ ਬੱਸਾਂ ਦੇ ਰੂਟ ਚੱਲਦੇ ਸੀ, ਚਾਹੇ ਮਿੰਨੀਆਂ ਨਾਲ ਚਲਾਈਏ, ਚਾਹੇ ਜਿਵੇਂ ਮਰਜ਼ੀ ਚਲਾਈਏ, ਹਰੇਕ ਪਿੰਡ ਨੂੰ ਬੱਸ 2 ਵਾਰੀ ਘੱਟੋ ਘੱਟ 2 ਟਾਈਮ ਹਰੇਕ ਪਿੰਡ 'ਚ ਬੱਸ ਆਵੇ। ਤੇ ਜੇ ਕਾਲਜਾਂ ਜਾਂ ਸਕੂਲਾਂ ਵਾਸਤੇ ਸਪੈਸ਼ਲ ਬੱਸਾਂ ਲਾਉਣੀਆਂ ਪਈਆਂ, ਉਹ ਵੀ ਲਾਵਾਂਗੇ, ਪਰ ਕੋਈ ਪੜ੍ਹਾਈ ਵੱਲੋਂ ਵਾਂਝਾ ਨਹੀਂ ਰਹਿਣ ਦੇਣਾ, ਨਾ ਫੀਸ ਵਾਲੇ ਪਾਸਿਓਂ ਤੇ ਨਾ ਵੈਨ ਵਾਲੇ ਪਾਸਿਓਂ। ਇਹ ਸਾਰੇ ਜਿਹੜੇ ਮੈਂ ਤਜਰਬੇ ਨੇ ਇਹ ਧੂਰੀ ਕਰੂੰਗਾ, ਧੂਰੀ ਤੋਂ ਕਾਮਯਾਬ ਹੋਣਗੇ ਸਾਰੇ ਪੰਜਾਬ 'ਚ ਕਰੂੰਗਾ। ਨਹਿਰੀ ਪਾਣੀ ਦਾ ਕਰਾਂਗੇ ਜੀ ਡਾਕਟਰ ਸਾਹਿਬ, ਕਰਾਂਗੇ। ਤੁਸੀਂ ਤਾਂ ਐਂ ਕਰਦੇ ਹੋ ਜਿਵੇਂ ਮਹੀਨੇ ਬਾਅਦ ਸਰਕਾਰ ਟੁੱਟਣ ਵਾਲੀ ਹੋਵੇ। ਖੜ ਜਾਓ। ਨਹਿਰੀ ਪਾਣੀ, ਸੂਏ, ਕੱਸੀਆਂ ਸਭ ਪੁਰਾਣਾ ਹੋ ਗਿਆ ਸਿਸਟਮ, ਨਵਾਂ ਬਣਾਵਾਂਗੇ। ਨਵਾਂ ਬਣਾਵਾਂਗੇ। ਐਵੇਂ ਕਾਲੀ 'ਚ ਮੈਥੋਂ ਫੇਰ ਕੰਮ ਕਰਾ ਲਓਗੇ, ਫੇਰ ਕਹਿਣਗੇ ਪਹਿਲੇ ਪਾਣੀ ਨਾਲ ਹੀ ਪ੍ਰਸ਼ਾਸਨ ਦੀ ਪੋਲ ਖੁੱਲੀ। ਹਾਂ, ਸਾਰੀਆਂ ਨਹਿਰਾਂ ਨਵੇਂ ਤਰੀਕੇ ਨਾਲ ਬਣਾਉਣੀਆਂ। ਸੈਂਟਰ ਨਾਲ ਗੱਲ ਹੋ ਰਹੀ ਹੈ, ਸੈਂਟਰ ਨਾਲ ਗੱਲ ਚੱਲ ਰਹੀ ਹੈ। ਸੂਏ ਕੱਸੀਆਂ ਬੰਦ ਹੋ ਗਏ, ਉਹ ਸਾਫ਼ ਕਰਕੇ। ਇਸ ਤੋਂ ਇਲਾਵਾ ਕੱਸੀਆਂ ਜਿਹੜੀਆਂ ਨੇ ਨਾ, ਉਹਨਾਂ ਦੀ ਥਾਂ ਤੇ ਬਹੁਤ ਸੋਹਣੀਆਂ ਪਾਈਪਾਂ ਪਾਵਾਂਗੇ। ਜਿੱਥੇ ਪਹਿਲਾਂ ਫੱਟਾ ਲੱਗਿਆ ਹੁੰਦਾ ਸੀ, ਉੱਥੇ ਇੱਕ ਪੁਆਇੰਟ ਛੱਡ ਦਾਂਗੇ, ਤਾਂ ਕਿ ਪਾਣੀ ਜਿਹੜਾ ਉਹਨਾਂ ਨੂੰ ਪ੍ਰੋਪਰ ਮਿਲੇ। ਤੇ ਸੂਏ ਕੱਸੀਆਂ ਨਹਿਰਾਂ ਜਿਹੜੀਆਂ ਨਵੀਆਂ ਬਣ ਗਈਆਂ, ਉਹਨਾਂ ਦੇ ਵਿੱਚ
ਵਿਚਾਲੋਂ ਉਹਨਾਂ ਨੂੰ ਕੱਚੀਆਂ ਛੱਡਾਂਗੇ ਤਾਂ ਕਿ ਪਾਣੀ ਥੋੜ੍ਹਾ ਜਿਹਾ ਥੱਲੇ ਵੀ ਜਾਵੇ, ਸਿਮੇ, ਠੀਕ ਹੈ ਨਾ। ਹੁਣ ਤਾਂ ਮੋਮ ਵੀ ਪਾਉਣ ਲੱਗ ਗਏ ਵੀ ਜਮਾਂ ਤੁਪਕਾ ਵੀ ਨਾ ਥੱਲੇ ਜਾਵੇ। ਸੋ ਅਸੀਂ ਬਹੁਤ ਵੱਡੀਆਂ ਕੰਪਨੀਆਂ ਨਾਲ ਗੱਲ ਕਰ ਰਹੇ ਹਾਂ ਤਾਂ ਕਿ ਪਾਣੀ ਨੂੰ ਧਰਤੀ ਦੇ ਵਿੱਚ ਰੀਚਾਰਜ ਕਰ ਸਕੀਏ, ਮੀਂਹ ਦਾ ਪਾਣੀ ਬਚਾ ਕੇ ਉਹਨੂੰ ਰੀਚਾਰਜ ਕਰੀਏ, ਫਸਲਾਂ ਨੂੰ ਬਦਲ ਕੇ ਤੇ ਆਪਾਂ ਜਿਹੜਾ ਪਾਣੀ ਦਾ ਉੱਪਰ ਪੱਧਰ ਲੈ ਕੇ ਆਈਏ। ਧੂਰੀ ਦਾ ਇਲਾਕਾ ਹੈ, ਗੰਨੇ ਦਾ ਇਲਾਕਾ ਹੈ। ਮੈਂ ਗੱਲ ਤੁਹਾਨੂੰ ਦੱਸਣੀ ਚਾਹੁੰਦਾ, 294.98 ਕਰੋੜ ਰੁਪਈਆ ਸਰਕਾਰ ਦਾ ਖੜਾ ਸੀ ਕਿਸਾਨਾਂ ਵੱਲ। ਖੜਾ ਕਈ ਸਾਲ ਦਾ ਸੀ, ਪਰ ਅਸੀਂ ਮਾਣਯੋਗ ਵਿੱਤ ਮੰਤਰੀ ਇੱਥੇ ਬੈਠੇ ਨੇ, ਮਹਿਕਮਾ ਕੋਆਪਰੇਟਿਵ ਮਹਿਕਮਾ ਇਹਨਾਂ ਕੋਲ ਹੈ, ਕੋਆਪਰੇਸ਼ਨ ਦਾ ਮਹਿਕਮਾ ਇਹਨਾਂ ਕੋਲੇ ਹੈ। ਅਸੀਂ 100 ਕਰੋੜ ਰੁਪਈਆ ਤਾਂ ਪਾਤਾ ਗੰਨੇ ਵਾਲੇ ਜਿਹੜੇ ਉਤਪਾਦਕ ਨੇ ਉਹਨਾਂ ਦੇ ਖਾਤਿਆਂ 'ਚ। 15 ਅਗਸਤ ਨੂੰ 100 ਕਰੋੜ ਹੋਰ ਪੈ ਜਾਊਗਾ ਤੇ ਬਾਕੀ ਰਹਿੰਦਾ 94.98 ਕਰੋੜ 7 ਸਤੰਬਰ ਨੂੰ ਉਹ ਵੀ ਪੈ ਜਾਊਗਾ। ਸਰਕਾਰ ਦੀ ਦੇਣਦਾਰੀ ਜ਼ੀਰੋ ਹੋ ਜਾਊਗੀ ਜੀ ਗੰਨੇ ਵਾਲਿਆਂ ਪ੍ਰਤੀ, ਸਰਕਾਰੀ। ਹੁਣ ਆ ਜਾਓ ਪ੍ਰਾਈਵੇਟ ਵੱਲ, 150 ਕਰੋੜ ਪ੍ਰਾਈਵੇਟ ਦਾ ਜੀ। ਬਾਕੀ ਸਾਰੀਆਂ ਮਿਲਾਂ ਨਾਲ ਗੱਲ ਹੋ ਗਈ, 7 ਸਤੰਬਰ ਤੋਂ ਪਹਿਲਾਂ ਉਹ ਵੀ ਨਿਬੜ ਜੂ। ਆ ਕੱਲ ਹੀ ਹਜੇ 2.5 ਕਰੋੜ ਇਹਨਾਂ ਨੇ ਪਾਇਆ ਧੂਰੀ ਵਾਲਿਆਂ ਨੇ, ਤੇ ਇਹਨਾਂ ਦਾ ਜਿੰਨਾ ਵੀ ਰਹਿੰਦਾ 7 ਸਤੰਬਰ ਤੋਂ ਪਹਿਲਾਂ ਉਹ ਪੈਸੇ ਆ ਜਾਣਗੇ। ਸਿਰਫ ਇੱਕ ਮਿੱਲ ਫਗਵਾੜੇ ਵਾਲੀ ਜਿਹਨੂੰ ਛੱਡ ਕੇ ਉਹ ਭੱਜ ਗਏ ਇੰਗਲੈਂਡ, ਉਹਦਾ 72 ਕਰੋੜ ਰੁਪਈਆ ਰਹਿੰਦਾ ਵੀਰੋ। 72 ਕਰੋੜ ਚੋਂ 20 ਕਰੋੜ ਦੀ ਉਹਨਾਂ ਦੀ ਜ਼ਮੀਨ ਹੈ ਸਾਡੇ ਕੋਲੇ ਫਤਿਆਬਾਦ 'ਚ, ਉਹ ਵੇਚ ਦਾਂਗੇ। ਰਹਿ ਗਿਆ 52 ਕਰੋੜ, 8 ਕਰੋੜ ਰੁਪਏ ਦੀ ਉਹਨਾਂ ਕੋਲੇ ਖੰਡ ਪਈ ਹੈ, ਉਹ ਵੀ ਵੇਚ ਦਾਂਗੇ। ਰਹਿ ਗਿਆ 44 ਕਰੋੜ। 44 ਕਰੋੜ ਦਾ ਝਗੜਾ ਰਹਿੰਦਾ, ਉਹ ਅਸੀਂ ਸੈਂਟਰ ਨਾਲ ਗੱਲ ਕਰਕੇ ਉਹਨਾਂ ਨੂੰ ਭਾਵੇਂ ਜਿਵੇਂ ਮਰਜ਼ੀ ਬੁਲਾਈਏ, ਉਹਨਾਂ ਦਾ ਨੋਟਿਸ ਜਾਰੀ ਕਰਕੇ ਹੋਰ ਕੋਈ ਪੈਸਾ ਗੰਨੇ ਦੇ ਬੀਜਣ ਵਾਲੇ ਕਿਸਾਨਾਂ ਦਾ ਨਹੀਂ ਰਹੂਗਾ। ਭਵਿੱਖ ਦੇ ਵਿੱਚ ਵੀ ਇਹੋ ਜਿਹੀ ਕੋਸ਼ਿਸ਼ ਕੀਤੀ ਜਾਊਗੀ ਕਿ ਟਰਾਲੀ ਜਦੋਂ ਲਾ ਕੇ ਉਹ ਮਿੱਲ 'ਚ ਆਉਣ, ਉਦੋਂ 14 ਦਿਨ ਤੋਂ ਪਹਿਲਾਂ ਯਾਨੀ ਕਿ ਅਗਲੀ ਟਰਾਲੀ ਭਰਨ ਤੋਂ ਪਹਿਲਾਂ ਉਹਨਾਂ ਨੂੰ ਪੈਸੇ ਮਿਲ ਜਾਣ, ਤਾਂ ਗੰਨੇ ਦਾ ਜਿਹੜਾ ਕਿਸਾਨ ਹੈ ਉਹ ਬਚੂਗਾ। ਕਿਉਂਕਿ ਗੰਨਾ ਸਾਲ ਦੀ ਇੱਕੋ ਹੀ ਫਸਲ ਹੈ, ਜੇ ਉਹਦੇ ਵੀ ਪੈਸੇ ਨਾ ਮਿਲਣ ਤਾਂ ਫਿਰ ਉਹ ਕਿਤੇ ਨਾ ਕਿਤੇ ਝੋਨੇ ਵੱਲ ਜਾਂ ਕਿਤੇ ਹੋਰ ਜਾਊਗਾ, ਫਿਰ ਉਹੀ ਬਿਜਲੀ ਦਾ ਖਰਚਾ ਤੇ ਪਾਣੀ ਦਾ ਉਹ ਚੱਲੂਗਾ। ਸੋ ਇਸ ਕਰਕੇ ਫਸਲਾਂ ਨੂੰ ਬਚਾਉਣ ਦੀ ਬਦਲਾਉਣ ਦੀ ਅਸੀਂ ਸਕੀਮ ਜਿਹੜੀ ਹੈ ਉਹ ਚਲਾ ਰਹੇ ਹਾਂ। ਤੇ ਬਾਕੀ ਮੁੱਖ ਮੰਤਰੀ ਦੇ ਦਫ਼ਤਰ ਜਿਹੜਾ ਉਹ ਧੂਰੀ 'ਚ ਇੱਕ ਖੁੱਲੂਗਾ, ਸੰਗਰੂਰ 'ਚ ਵੀ ਦਫ਼ਤਰ ਖੁੱਲੂਗਾ। ਹਰੇਕ MLA ਦਾ ਇੱਕ ਦਫ਼ਤਰ ਜ਼ਿਲ੍ਹੇ 'ਚ ਤੇ ਹਰੇਕ MLA ਦੇ ਵਿਧਾਨ ਸਭਾ ਹਲਕੇ 'ਚ ਹੋਊਗਾ। ਆਪਾਂ ਖੱਜਲ ਖੁਆਰੀਆਂ ਤੋਂ ਬਚਾਉਣ ਲਈ ਇੱਥੇ ਹੀ ਤੁਹਾਡੇ ਕੋਲੇ ਅਫਸਰ ਬੈਠਣਗੇ। ਤੁਸੀਂ ਜਿਹੜੀ ਮਰਜ਼ੀ ਧੂਰੀ ਦੇ ਇਲਾਕੇ ਦੀ ਕੋਈ ਸਮੱਸਿਆ ਦਫ਼ਤਰ 'ਚ ਦੱਸ ਦਿਓ। ਮੈਥੋਂ ਹਰ ਰੋਜ਼ ਦੇਖੋ ਆਇਆ ਨਹੀਂ ਜਾਣਾ, ਕਿਉਂਕਿ ਸਾਰੇ ਪੰਜਾਬ ਦੀ ਜ਼ਿੰਮੇਵਾਰੀ ਹੈ, ਪਰ ਇੱਥੇ ਕੋਈ ਨਾ ਕੋਈ ਸਾਡੇ ਟੀਮ 'ਚੋਂ ਇੱਥੇ ਬੰਦਾ ਬੈਠੂਗਾ, ਉਹ ਨਾਲ ਦੀ ਨਾਲ ਕੰਪਿਊਟਰ 'ਚ ਫੀਡ ਕਰਕੇ ਸਿੱਧਾ ਜਿਹੜੇ ਵੀ ਮਹਿਕਮੇ ਦਾ ਉਹ ਕੰਮ ਹੈ ਉੱਥੇ ਜਾਊਗਾ, ਤੇ ਨਾਲ ਦੀ ਨਾਲ ਤੁਹਾਨੂੰ ਸ਼ਾਮ ਤੱਕ ਜਾਂ ਅਗਲੇ ਦਿਨ ਤੱਕ ਫੀਡਬੈਕ ਆਊਗੀ ਕਿ ਭਾਈ ਆਹ ਕਾਗਜ਼ ਘੱਟ ਹੈ, ਆਹ ਕਾਗਜ਼ ਦੇ ਜੋ। ਉਹ ਦੂਜਾ ਕੰਮ ਬੰਦ ਕਰ ਦੇਣਾ ਆਪਾਂ, ਜਿਹੜਾ ਪਹਿਲਾਂ ਜਥੇਦਾਰਾਂ ਨੇ ਨਹੀਂ ਚਲਾਇਆ ਹੋਇਆ। ਜਥੇਦਾਰਾਂ ਨੇ ਪਿੰਡਾਂ 'ਚ ਆਪਾਂ ਕਹਿੰਦੇ ਯਾਰ ਕੰਮ ਹੈ ਬਈ, ਹੁਣ ਤੇਰੇ ਕਹੇ ਤੇ ਵੋਟਾਂ ਪਾਈਆਂ ਸੀ, ਲੈ ਚੱਲ ਉੱਥੇ, ਉਹ ਉਹੀ 3 ਦਿਨ ਤਾਂ ਉਹੀ ਲਾ ਦਿੰਦਾ, ਉਹ ਹਜੇ ਗੱਲ ਨਹੀਂ ਹੋਈ, 3 ਦਿਨਾਂ ਬਾਅਦ ਚੱਲਾਂਗੇ, ਕੋਈ ਨਹੀਂ। ਤੀਜੇ ਦਿਨ ਕਹਿੰਦਾ ਲੈ ਕਾਰ ਕਰਾ ਲਾ, ਫਿਰ ਕਾਰ ਕਰਾ ਲਈ, ਚੱਲ ਨੰਬਰਦਾਰ ਨੂੰ ਵੀ ਨਾਲ ਹੀ ਲੈ ਚੱਲਦੇ, ਚੱਲ ਨੰਬਰਦਾਰ ਆਥਣ ਨੂੰ ਮੁੜ ਆਵਾਂਗੇ। ਬਹਿ ਗਏ 8 ਜਾਣੇ, ਗਏ, ਰੋਟੀ ਤਾਂ ਰੋਕ ਲਓ, ਇੱਥੇ ਵਧੀਆ ਬਣਦੀ ਹੈ, ਇੱਥੇ ਰੋਟੀ ਰੋਕੋ, ਰੋਟੀ ਵੀ ਖਾ ਲਈ, ਠੀਕ ਹੈ। ਜਦੋਂ ਬਿੱਲ ਜੇ ਦੇਣ ਦੀ ਵਾਰੀ ਆਈ ਉਦੋਂ ਪਿਸ਼ਾਬ ਕਰਨ ਚਲੇ ਜਾਂਦੇ ਨੇ। ਤੇ ਉਹ ਤੋਂ ਬਾਅਦ ਜਦੋਂ ਉੱਥੇ ਜਾਂਦੇ ਨੇ ਮੰਤਰੀ ਦੇ, ਕਹਿੰਦੇ ਤੁਸੀਂ ਬਾਹਰ ਬੈਠੋ, ਮੈਨੂੰ ਇਕੱਲੇ ਨੂੰ ਮਿਲ ਲੈਣ ਦਿਓ। ਬੰਦਾ ਇਕੱਲਾ ਅੰਦਰ ਚਲਾ ਜਾਂਦਾ ਹੈ। ਅੰਦਰ ਭਾਵੇਂ ਮੰਤਰੀ ਨੇ ਗਾਲਾਂ ਕੱਢੀਆਂ ਹੋਣ ਵੀ ਕਿੱਧਰ ਮੂੰਹ ਚੱਕਿਆ ਤੂੰ ਯਾਰ, ਤੀਜੇ ਦਿਨ ਆ ਜਾਣਾ ਹੈ। ਬਾਹਰ ਆ ਕੇ ਕਹਿੰਦਾ ਲੈ ਗੱਲ ਬਣ ਗਈ ਤੁਹਾਡੀ, ਗੁਰਦੇਵ ਤੇਰਾ ਨਾਂ ਤਾਂ ਉਹਨੇ ਖਾਸ ਤੌਰ ਤੇ ਲਿਆ ਸੀ, ਕਹਿੰਦਾ ਇਹ ਕੰਮ ਤਾਂ ਹੋਊਗਾ ਹੀ ਹੋਊਗਾ, ਕੰਮ ਆਪਣਾ ਬਣ ਗਿਆ, ਚਲੋ ਚੱਲੀਏ। ਜਾਂਦੇ ਕਹਿੰਦੇ ਨੇ ਫਿਰ ਹੱਥੇ ਠੇਕੇ ਤੋਂ 2 ਬੋਤਲਾਂ ਲੈ ਲਓ। ਫਿਰ ਕਹਿੰਦੇ ਨੇ ਚੱਲ ਫਿਰ ਇੱਥੇ ਜੇ ਚਿਕਨ ਚੁੱਕਣ ਦਾ ਪ੍ਰਬੰਧ ਕਰ ਲਓ। ਉਹ ਗੇੜਾ 10 ਤੋਂ 15 ਹਜ਼ਾਰ 'ਚ ਪੈਂਦਾ ਹੈ ਜੀ, ਪੈਂਦਾ ਨਾ, ਝੂਠ ਤਾਂ ਨਹੀਂ ਬੋਲਦਾ ਮੈਂ। ਉਹ ਗੇੜੇ ਬੰਦ ਕਰਨੇ ਆ ਚੰਡੀਗੜ੍ਹ ਵਾਲੇ, ਜਿਹੜੇ 15 ਹਜ਼ਾਰ 'ਚ ਪੈਂਦੇ ਆ। ਇੱਥੇ ਆਓ, ਆਪਦੀ ਅਰਜ਼ੀ ਫੜਾਓ, ਕੰਮ ਤੁਹਾਡਾ ਹੋ ਗਿਆ। ਜਦੋਂ ਅਸੀਂ ਵੋਟਾਂ ਮੰਗਦੇ ਹਾਂ ਤਾਂ ਤੁਹਾਡੇ ਘਰ ਆਉਂਦੇ ਹਾਂ ਅਸੀਂ ਵੀ ਵੋਟਾਂ ਪਾਓ, ਜਦੋਂ ਜਿੱਤ ਜਾਂਦੇ ਉਦੋਂ ਕਹਿੰਦੇ ਚੰਡੀਗੜ੍ਹ ਆਓ। ਇਹ ਕਿਵੇਂ ਹੋ ਜਾਊਗਾ? ਸਰਕਾਰ
ਤੁਹਾਡੇ ਦੁਆਰ ਸਰਕਾਰ ਤੁਹਾਡੇ ਦਰਾਂ ਤੇ ਆਊਗੀ, ਤੁਸੀਂ ਸਰਕਾਰ ਦੇ ਮਾਲਕ ਹੋ। ਸੋ ਇਸ ਕਰਕੇ ਮੈਂ ਤੁਹਾਨੂੰ ਬੇਨਤੀ ਕਰਦਾ ਕਿ मैं मेरे MLA साहिबान ਜਾਂ ਮੇਰੇ ਵਲੰਟੀਅਰ ਜਿੰਨੇ ਨੇ ਉਹਨਾਂ ਨੂੰ ਇੱਕ ਹੋਰ ਬੇਨਤੀ ਕਰਦਾ, ਥੋੜਾ ਜਿਹਾ ਸੰਜਮ ਨਾਲ ਕੰਮ ਲਿਆ ਕਰੋ। ਸਰਕਾਰ ਹੈ ਆਪਣੀ, ਹੁਣ ਕਿਸੇ ਨੂੰ ਅਫਸਰ ਨੂੰ ਕਿਸੇ ਨੂੰ ਝਿੜਕਣ ਵਾਲੀ ਜਿਹੜੇ ਕੰਮ ਨੇ ਉਹ ਥੋੜਾ ਜਿਹਾ ਸੰਜਮ ਤੋਂ ਕੰਮ ਲਓ। ਅਫਸਰਾਂ ਨਾਲ ਪਿਆਰ ਨਾਲ ਗੱਲ ਕਰੋ। ਜੇ ਉਹਨਾਂ ਨੂੰ ਕੋਈ ਦੇਖੋ ਉਹਨਾਂ ਦਾ ਕਸੂਰ ਨਹੀਂ, ਕੋਈ ਸਿਸਟਮ ਉਹਨਾਂ ਨੂੰ ਕੰਮ ਨਹੀਂ ਕਰਨ ਦਿੰਦਾ। ਜੇ ਹੁਣ ਆਪਾਂ ਕਹੀਏ ਵੀ ਸਕੂਲ 'ਚ ਜਿਹੜੇ ਨੇ ਉਹ ਟੀਚਰ ਹੀ ਜ਼ਿੰਮੇਵਾਰ ਨੇ, ਨਹੀਂ, ਉੱਥੇ ਬੱਚਿਆਂ ਦੇ ਪੜ੍ਹਾਉਣ ਵਾਲਾ ਮਾਹੌਲ ਹੀ ਹੈ ਨਹੀਂ, ਬੈਠਣ ਨੂੰ ਬੈਂਚ ਹੈ ਨਹੀਂ, ਪੀਣ ਨੂੰ ਪਾਣੀ ਹੈ ਨਹੀਂ, ਬਾਥਰੂਮ ਹੈ ਨਹੀਂ, ਪੋਸਟਾਂ ਹੈ ਨਹੀਂ, ਫਿਰ ਹਾਈ ਸਕੂਲ ਦੇ ਰਜਿਸਟਰ ਵੀ ਲੈ ਕੇ ਜਾਣੇ ਨੇ, ਫਿਰ ਪਤਾ ਨਹੀਂ ਹੋਰ ਕਿਹੜੇ ਕਿਹੜੇ ਕੰਮ ਟੀਚਰਾਂ ਤੋਂ। ਕਰੋਨਾ ਵੇਲੇ ਤਾਂ ਬਾਰਡਰਾਂ ਤੇ ਵੀ ਡਿਊਟੀਆਂ ਲਾਤੀਆਂ ਵੀ ਚੈੱਕ ਕਰੋ ਵੀ ਕਿਹਨੂੰ ਕਿਹਨੂੰ ਕਰੋਨਾ ਹੈ। ਅਸੀਂ ਫੈਸਲਾ ਕੀਤਾ ਹੈ ਪੰਜਾਬ ਦੇ ਵਿੱਚ ਜਿੰਨੇ ਵੀ ਟੀਚਰ ਹੋਣਗੇ ਉਹਨਾਂ ਤੋਂ ਪੜ੍ਹਾਈ ਤੋਂ ਬਿਨਾਂ ਹੋਰ ਕੋਈ ਕੰਮ ਨਹੀਂ ਲਿਆ ਜਾਊਗਾ। ਅੱਗੇ ਜਨਗਣਨਾ ਆਉਣੀ ਹੈ, ਜਨਗਣਨਾ ਆਊਗੀ ਹੁਣ, ਸੈਂਸਸ ਕਹਿੰਦੇ ਅੰਗਰੇਜ਼ੀ 'ਚ, ਜਨਗਣਨਾ ਵਾਸਤੇ ਸਾਨੂੰ ਡਿਪਾਰਟਮੈਂਟ ਕਹਿੰਦਾ ਸੈਂਟਰ ਦਾ 68,000 ਟੀਚਰ ਦੇ ਦਿਓ। ਅਸੀਂ ਕਿਹਾ ਅਸੀਂ ਨਹੀਂ ਦਿੰਦੇ। ਕਹਿੰਦੇ ਫਿਰ ਕਿਵੇਂ ਕਰਾਂਗੇ? ਅਸੀਂ ਕਿਹਾ 68,000 ਮੁੰਡੇ ਕੁੜੀਆਂ ਪੜ੍ਹੇ ਲਿਖੇ BA MA MSc ਦੇ ਦਿੰਦੇ ਹਾਂ। 1 ਮਹੀਨਾ ਉਹਨਾਂ ਦੀ ਰਿਹਰਸਲ ਕਰਾ ਲਓ, 3 ਮਹੀਨੇ ਜਨਗਣਨਾ ਚੱਲੂਗੀ, ਇੰਨੇ ਪੈਸੇ ਤਨਖਾਹ ਜਿਹੜੀ ਆ ਉਹਨਾਂ ਨੂੰ ਦਿਓ। ਅਸੀਂ ਤਾਂ ਆਪਦੇ ਟੀਚਰਾਂ ਨੂੰ ਪੜ੍ਹਾਈ ਸਕੂਲੋਂ ਬਾਹਰ ਕੱਢਣ ਨਹੀਂ ਲੱਗੇ। ਨਾਲੇ 68,000 ਮੁੰਡੇ ਕੁੜੀਆਂ ਨੂੰ 3-4 ਮਹੀਨਿਆਂ ਵਾਸਤੇ ਵੀ ਕੰਮ ਮਿਲੂਗਾ, ਟ੍ਰੇਨਿੰਗ ਹੋਊਗੀ, ਉਹਨਾਂ ਦਾ ਰੈਜ਼ਮੇ ਵਧੀਆ ਬਣੂਗਾ ਕਿ ਅਸੀਂ ਭਾਰਤ ਦੀ ਜਨਗਣਨਾ 'ਚ ਹਿੱਸਾ ਲਿਆ ਹੋਇਆ, ਦੁਨੀਆ ਦਾ ਸਭ ਤੋਂ ਵੱਡਾ ਦੇਸ਼। ਇਹ ਅੱਗੇ ਜਾ ਕੇ ਸਰਟੀਫਿਕੇਟ ਉਹਨਾਂ ਦੇ ਨੌਕਰੀਆਂ 'ਚ ਕੰਮ ਆਉਣਗੇ। ਆਹ ਗੱਲਾਂ ਸੋਚਦੇ ਹਾਂ ਅਸੀਂ ਕਿ ਗਾਹਾਂ ਕਿਵੇਂ ਲੈ ਕੇ ਜਾਣਾ ਦੇਸ਼ ਨੂੰ। ਇਹ ਨਹੀਂ ਹੈਗਾ ਕਿ ਅਸੀਂ ਪਿੱਛੇ ਉਹਨੇ ਐਂ ਕਰਤਾ ਜੀ, ਐਂ ਕਿਉਂ ਨਹੀਂ ਕਹਿੰਦਾ ਜੀ, ਉਹ ਨਹੀਂ ਕਰਦਾ। ਇਹਨਾਂ ਤੇ ਯਕੀਨ ਨਾ ਕਰਿਓ, ਇਹਨਾਂ ਕੋਲੇ ਕੱਖ ਨਹੀਂ। ਉਹ ਕਹਿੰਦੇ ਸੁਖਬੀਰ ਬਾਦਲ ਨੇ ਢਾਂਚਾ ਭੰਗ ਕਰਤਾ। ਮੈਂ ਕਿਹਾ ਢਾਂਚਾ ਹੈ ਕਿੱਥੇ ਸੀ? ਢਾਂਚਾ ਹੈ ਕਿੱਥੇ ਹੈ? ਇੱਥੇ ਤੁਸੀਂ ਦੇਖਦੇ ਹੋਵੋਗੇ ਟਿਕਟਾਂ ਦੇਣ ਨੂੰ ਤਾਂ ਬੰਦੇ ਨਹੀਂ ਲੱਭਦੇ। ਇਹ ਵਕਤ ਹੈ ਜੀ, ਵਕਤ ਬਹੁਤ ਵੱਡੀ ਚੀਜ਼ ਹੈ। ਕਹਿੰਦੇ ਸੀ ਨਾ ਰਾਜ ਕਰਾਂਗੇ 25 ਸਾਲ, ਅੱਜ ਕਿੱਥੇ ਨੇ? ਵਕਤ। ਡਰੋ, ਉਸ ਵਕਤ ਤੋਂ ਡਰੋ। ਇਹ ਰਾਜਿਆਂ ਤੋਂ ਭੀਖ ਮੰਗਾ ਦਿੰਦਾ ਹੈ ਵਕਤ, ਭਿਖਾਰੀਆਂ ਦੇ ਸਿਰ ਤੇ ਤਾਜ ਟਿਕਾ ਦਿੰਦਾ ਹੈ ਵਕਤ। ਵਕਤ ਬਹੁਤ ਵੱਡੀ ਚੀਜ਼ ਹੈ। ਸੋ ਇਸ ਕਰਕੇ ਜਦੋਂ ਸੱਤਾ ਦੇ ਨਸ਼ੇ 'ਚ ਕੋਈ ਅੰਨੇ ਹੋ ਜਾਣ, ਜ਼ੁਲਮ ਕਰਨ ਲੱਗ ਜਾਣ ਲੋਕਾਂ ਤੇ, ਫਿਰ ਲੋਕਾਂ ਦੇ ਤੀਜੀ ਅੱਖ ਲੱਗ ਜਾਂਦੀ ਹੈ। ਫਿਰ ਉਹ ਅੰਨੇ ਹੋ ਜਾਂਦੇ ਨੇ, ਲੋਕਾਂ ਦੇ ਤੀਜੀ ਅੱਖ ਲੱਗ ਜਾਂਦੀ ਹੈ। ਲੋਕ ਫਿਰ ਤੀਜੀ ਅੱਖ ਨਾਲ ਦੇਖ ਕੇ, ਤੀਜੇ ਨੇਤਰ ਨਾਲ ਦੇਖ ਕੇ ਫਿਰ ਫੈਸਲਾ ਕਰਦੇ ਨੇ। ਫਿਰ ਉਹਨਾਂ ਨੂੰ ਪਤਾ ਨਹੀਂ ਲੱਗਦਾ। ਹਜੇ ਤੱਕ ਕਾਂਗਰਸ ਤੇ ਅਕਾਲੀਆਂ ਨੂੰ ਅੱਧਿਆਂ ਨੂੰ ਤਾਂ ਯਕੀਨ ਹੀ ਨਹੀਂ ਹੋਇਆ ਵੀ ਅਸੀਂ ਸਰਕਾਰ 'ਚ ਨਹੀਂ ਰਹੇ। ਕਈ ਵਾਰੀ ਉਹੀ 2-3 ਤਾਂ ਸਾਡੇ ਘਰੇ ਉਹੀ ਆ ਜਾਂਦੇ, ਉਹ ਅੱਛਾ ਇੱਧਰ ਨਹੀਂ ਆਉਣਾ ਸੀ, ਉੱਧਰ ਜਾਣਾ ਸੀਗਾ ਜੀ। ਅਸੀਂ ਕਿਹਾ ਤੁਸੀਂ ਇੱਥੇ ਨਹੀਂ ਹੈਗੇ, ਇੱਥੋਂ ਕੱਢਤੇ ਤੁਸੀਂ, ਹੁਣ ਉੱਧਰ ਜਾਓ ਜਿੱਧਰ। ਅੱਛਾ ਜੀ, ਗਲਤੀ ਨਾਲ। ਸੋ ਉਹੀ ਗੱਲ ਹੈ ਨਾ, ਜਿਵੇਂ ਕਿਵੇਂ ਆਪਾਂ ਕਿਤੇ ਆਪਣੇ ਕੋਈ ਪਿੰਡ ਵਾਲੇ ਕਿਸੇ ਝੋਟੇ ਨੂੰ ਛੱਡੇ ਆਉਂਦੇ ਨੇ, ਉਹਦੀਆਂ ਅੱਖਾਂ ਬੰਨ੍ਹ ਕੇ ਨਾ, ਉਹ 5 ਪਿੰਡ ਛੱਡੇ ਆਉਂਦੇ ਨੇ। ਉਹ ਹਜੇ ਬਾਅਦ 'ਚ ਆਉਂਦੇ ਨੇ, ਝੋਟਾ ਪਹਿਲਾਂ ਖੜਾ ਹੁੰਦਾ ਪਿੰਡ ਵਾਪਸ ਉੱਥੇ। ਸੋ ਇਸ ਕਰਕੇ ਕੱਢੇ ਤਾਂ ਤੁਸੀਂ ਹੈਗੇ ਨੇ, ਅਜੇ ਥੋੜਾ ਟਾਈਮ ਲੱਗੂਗਾ। ਸੋ ਮੈਨੂੰ ਖੁਸ਼ੀ ਇਸ ਗੱਲ ਦੀ ਹੈ ਕਿ ਚਲੋ ਥੋੜ੍ਹੇ ਚਿਰ ਬਾਅਦ ਹੀ ਸਹੀ ਤੁਹਾਡੇ ਚਿਹਰਿਆਂ 'ਤੇ ਥੋੜ੍ਹੀ ਜਿਹੀ ਮੁਸਕਰਾਹਟ ਆ ਰਹੀ ਹੈ। ਔਰ ਇਸ ਮੁਸਕਰਾਹਟ ਨੂੰ ਤਰੱਕੀਆਂ ਰਾਹੀਂ, ਇਸ ਮੁਸਕਰਾਹਟ ਨੂੰ ਨੌਕਰੀਆਂ ਰਾਹੀਂ, ਇਸ ਮੁਸਕਰਾਹਟ ਨੂੰ ਵਪਾਰ ਨੂੰ ਵਧਾ ਕੇ, ਇਸ ਮੁਸਕਰਾਹਟ ਨੂੰ ਮਜ਼ਦੂਰਾਂ ਨੂੰ ਉਹਨਾਂ ਦੇ ਹੱਕ ਦੇ ਕੇ, ਮੁਲਾਜ਼ਮਾਂ ਨੂੰ ਉਹਨਾਂ ਦੇ ਹੱਕ ਦੇ ਕੇ ਅਸੀਂ ਇਸ ਮੁਸਕਰਾਹਟ ਨੂੰ ਕਾਇਮ ਰੱਖਾਂਗੇ। ਅੱਜ ਲਈ ਮੇਰੇ ਵੱਲੋਂ ਇੰਨੀ ਕੁ ਹਾਜ਼ਰੀ ਕਬੂਲ ਕਰ ਦਿਓ। ਦੋਨੇ ਹੱਥ ਚੱਕ ਕੇ 2 ਨਾਅਰੇ ਲਾ ਦਿਓ। ਇਨਕਲਾਬ ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੌਲੀ ਜਾਇਓ, ਆਰਾਮ ਨਾਲ ਜਾਇਓ। ਬਹੁਤ ਬਹੁਤ ਧੰਨਵਾਦ। ਮਿਲਦੇ ਰਵਾਂਗੇ।
ਬਹੁਤ ਬਹੁਤ ਮਿਹਰਬਾਨੀ। ਧੂਰੀ ਜਿੰਦਾਬਾਦ।